ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ अपडेट पाकिस्तान च जी आया नु आखने मैं हाँ आप सब दे नाल मौजूद परवीन मसूद ते मेरे नाल साथ देने लिए मौजूद ने मसूद मलिक जी। मसूद जी आया बहुत धन्यवाद परवीन। मेरे वालों भी सब दर्शकों नु सब श्रोतियां नु दोवें हाथ जोड़ के सलाम आदाब सत श्री अकाल। अज दे अपडेट पाकिस्तान च आप सब नु जी आया नु कहने आ। पाकिस्तान नाल जुड़ियां पिछलियां 24 घंटे दीयां खबरां ते इस बुलेटिन च तुहाडा सारियां दा स्वागत है। अज जदों अमरीका च 19 जून साल 2026 डुब चुके और पाकिस्तान च 20 जून साल 2026 हो चुकी है। इस खबरां दे बुलेटिन च ना सिर्फ जी आया नु कहने बल्कि ये कहने कि जे ये खबरां तुसीं स्पॉन्सर करनियां होण ते ओहदे लई साडा टेलीफोन नंबर नोट करो जी 408 272 5200 4082725200। वादियां खबरां ले जी। ईरान अमरीका गलबात दे अगले दौर ਨੂੰ ਹਰ ਸੂਰਤ ਕਾਮਯਾਬ ਬਣਾਉਣਾ ਹੈ। ਸ਼ਹਿਬਾਜ਼ ਸ਼ਰੀਫ ਦਾ ਸਾਊਦੀ ਪ੍ਰਧਾਨ ਨਾਲ ਟੈਲੀਫੋਨਿਕ ਰਾਬਤਾ। बिल्कुल जी। इस्लामाबाद MOU ਦਾ ਨਾਂ ਦਿੱਤਾ ਗਿਆ ਹੈ ਇਸ ਅਮਰੀਕਾ ਈਰਾਨ ਸਮਝੌਤੇ ਨੂੰ ਔਰ ਗੱਲ ਇਹ ਹੈ ਕਿ ਪਾਕਿਸਤਾਨ ਇੱਕ ਪਾਸੇ ਤੇ ਈਰਾਨ ਅਮਰੀਕਾ ਗੱਲਬਾਤ ਕਰਾਉਣ ਡਿਆ ਆ, ਦੂਸਰੇ ਪਾਸੇ ਈਰਾਨ ਔਰ ਸਾਊਦੀ ਅਰਬ ਜਿਹੜਾ ਆਪਸ ਦੇ ਵਿੱਚ ਸਿੱਧਾ ਹੈ, ਫੱਡਾ ਹੈ, ਨਫ਼ਰਤ ਹੈ, ਲੜਾਈ ਹੈ, ਉਹਦੇ ਵਿੱਚ ਵੀ ਕਿਰਦਾਰ ਨਿਭਾਉਣ ਡਿਆ ਹੈ। ਹੁਣ ਮਜਬੂਰੀ ਦੇ ਵਿੱਚ ਸਾਊਦੀ ਅਰਬ ਕੋਲੋਂ ਇੰਨਾ ਕੁਝ ਲਿਆ ਹੈ ਕਿ ਉੱਥੇ ਆਪਣੀਆਂ ਫੌਜਾਂ ਲਾਉਣੀਆਂ ਪਈਆਂ ਨੇ। ਈਰਾਨ ਵੱਲੋਂ ਕਿਸੇ ਗਲਤੀ ਦੇ ਨਾਲ ਵੀ ਹਮਲਾ ਸਾਊਦੀ ਅਰਬ ਤੇ ਹੁੰਦਾ ਹੈ ਤੇ ਹੁਣ ਸਾਊਦੀ ਅਰਬ ਨੇ ਨਹੀਂ, ਪਾਕਿਸਤਾਨ ਨੇ ਉਹਦਾ ਜਵਾਬ ਦੇਣਾ ਰਿਗਾਰਡਿੰਗ ਟੂ ਐਗਰੀਮੈਂਟ। ਹੁਣ ਉਹਨਾਂ ਨੇ ਆਖਿਆ ਕਿ ਜੀ ਪਾਕਿਸਤਾਨ ਨੇ ਆਪਣਾ ਕਿਰਦਾਰ ਨਿਭਾਇਆ, ਅਮਰੀਕਾ ਜਿਹੜਾ ਐਗਰੀ ਹੋ ਗਿਆ, ਇਸਰਾਈਲ ਹਜੇ ਵੀ ਛੇੜਛਾੜ ਤੋਂ ਮੁੜਨ ਨਹੀਂ ਡਿਆ। ਲਬਨਾਨ ਤੇ ਹਮਲੇ ਹੋ ਰਹੇ ਆ, ਇਹ ਹੋ ਰਿਹਾ। ਇੱਥੋਂ ਪਤਾ ਲੱਗਦਾ ਆ ਕਿ ਇਸਰਾਈਲ ਇਸ ਜੰਗ ਨੂੰ ਮੁਕਾਉਣ ਦੇ ਹੱਕ 'ਚ ਨਹੀਂ ਸੀ। ਉਹਨੇ ਅਮਰੀਕਾ ਨੂੰ ਵਰਤਣਾ ਸੀਗਾ, ਅਮਰੀਕਾ ਨੂੰ ਉਹਨੇ ਵਰਤ ਲਿਆ ਆ। ਅਮਰੀਕਾ ਹੈ ਜਿਹੜਾ ਉਹ ਸਮਝਦਾਰ ਹੋਇਆ ਜਾਂ ਜਿਸ ਤਰ੍ਹਾਂ ਵੀ ਉਹਨੇ ਇਹ ਕੋਈ ਸਮਝੌਤਾ ਕਰ ਲਿਆ, ਉਦਾਂ ਵੀ ਅਮਨ ਠੀਕ ਹੁੰਦਾ ਆ। ਜੰਗ ਕਿਸੇ ਪਾਸੇ ਵੀ ਬਿਹਤਰ ਨਹੀਂ, ਜੰਗ ਕਿਸੇ ਵੀ ਸੂਰਤ 'ਚ ਮੁੱਕ ਗਈ ਹੈ, ਅਮਨ ਆ ਗਿਆ, ਬਿਹਤਰ ਹੈ। ਪਰ ਇਸਰਾਈਲ ਖਿੱਤੇ 'ਚ ਅਮਨ ਹੋਣ ਨਹੀਂ ਦੇਣ ਡਿਆ। ਹੁਣ ਲੋੜ ਇਸ ਸ਼ਾਇਦ ਹੀ ਹੈ ਕਿ ਇਸਰਾਈਲੀ ਸ਼ਰਾਰਤਾਂ ਦਾ ਸ਼ਿਕਾਰ ਕਿਤੇ ਸਾਊਦੀ ਅਰਬ ਨਾ ਹੋ ਜਾਏ। ਸਾਊਦੀ ਅਰਬ ਨੇ ਔਰ ਪਾਕਿਸਤਾਨ ਨੇ ਰਲ ਕੇ ਸਮਝਦਾਰੀ ਦੇ ਨਾਲ ਤੁਰਨਾ ਆ ਔਰ ਕੋਸ਼ਿਸ਼ ਕਰਨੀ ਹੈ ਕਿ ਈਰਾਨ ਅਮਰੀਕਾ ਗੱਲਬਾਤ ਆ ਜਿਹੜੀ ਉਹਦਾ ਅਗਲਾ ਦੌਰ ਜਿਹੜਾ ਹੋਵੇ ਉਹ ਸਿਰੇ ਚੜ ਜਾਵੇ ਔਰ ਇਹਦੇ 'ਚ ਅਸੀਂ ਸਾਂਝਿਆਂ ਤੌਰ ਤੇ ਅੱਗੇ ਤੁਰਨਾ ਹੈ। ਇਹ ਕਹਿ ਲਵੋ ਕਿ ਸਾਦਾ ਲਫ਼ਜ਼ਾਂ 'ਚ ਸਾਊਦੀ ਹੁਕਮਰਾਨ ਨੇ ਜਿਹੜੇ ਉਹਨਾਂ ਨੂੰ ਭਰੋਸੇ 'ਚ ਲੈਣ ਦੀ ਕੋਸ਼ਿਸ਼ ਕੀਤੀ ਗਈ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਵੱਲੋਂ ਔਰ ਇਹ ਟੈਲੀਫੋਨਿਕ ਰਾਬਤਾ ਹੈ ਜਿਹੜਾ ਇਹਨੂੰ ਬਹੁਤ ਵੈਲਿਊ ਦਿੱਤੀ ਜਾ ਰਹੀ ਹੈ। ਐਨ ਉਦੋਂ ਜਦੋਂ ਹਜੇ ਸਮਝੌਤੇ ਦੀ ਰੌਣਕ ਜਿਹੜੀ ਉਹ ਕੈਂਸਲ ਹੋ ਗਈ ਔਰ ਇਹ ਆ ਕਿ ਅੱਗੇ ਕਦੋਂ ਹੁੰਦੀ, ਕਿਤੇ ਹੁੰਦੀ ਹੈ, ਕਿਹੜਾ ਹਾਲਾਤਾਂ 'ਚ ਹੁੰਦੀ ਹੈ, ਮਾਮਲੇ ਬਣਦੇ ਵਿਗੜਦੇ ਕੀ ਨੇ। ਇੱਧਰੋਂ ਜੰਗਬੰਦੀ ਤੇ ਹੋ ਗਈ ਹੈ। ਹੁਣ ਕਹਿਣ ਦੇ ਨੇ ਕਿ ਲਬਨਾਨ ਦੇ ਜਿਹੜੇ ਲੜਾਕੂ ਗਰੁੱਪ ਨੇ ਔਰ ਇਸਰਾਈਲ ਇਹ ਵੀ ਜੰਗਬੰਦੀ ਦੇ ਉੱਤੇ ਇੱਕ ਹੋ ਗਏ ਨੇ। ਕਿਤੇ ਨਾ ਕਿਤੇ ਕੋਈ ਨਾ ਕੋਈ ਚੁਆਂਤੀ ਹੈ ਜਿਹੜੀ ਉਹ ਤੁਖੰਡਈ ਹੈ ਜਿਹਦੇ ਤੋਂ ਭਾਂਬੜ ਬਣਨ ਦਾ ਡਰ ਹੈ। ਸੋ ਪਾਕਿਸਤਾਨ ਇਹ ਚਾਹ ਰਿਹਾ ਕਿ ਸਾਰੇ ਫਰੀਕ ਨੇ ਜਿਹੜੇ ਉਹ ਜ਼ਰਾ ਸਬਰ ਨਾਲ, ਤਹਮਲ ਨਾਲ ਖੰਮ ਲੈਣ, ਹਾਲਾਤਾਂ ਦੇ ਉੱਤੇ ਨਜ਼ਰ ਰੱਖਣ ਔਰ ਦੁਬਾਰਾ ਕੋਈ ਵੱਡੀ ਲੜਾਈ ਹੈ ਜਿਹੜੀ ਉਹ ਨਾ ਤੇ ਸ਼ੁਰੂ ਹੋਵੇ ਔਰ ਨਾ ਸਾਊਦੀ ਅਰਬ ਵਾਲੇ ਪਾਸੇ ਹਮਲੇ ਨੇ ਜਿਹੜੇ ਉਹ ਫੇਰ ਤੋਂ ਸ਼ੁਰੂ ਹੋਣ। ਇਸ ਕਰਕੇ ਉਹ ਈਰਾਨ ਨੂੰ ਵੀ ਆਪਣੇ ਤੌਰ ਤੇ ਠੰਡਾ ਕਰਨ ਡਿਆ ਆ ਔਰ ਸਾਊਦੀ ਅਰਬ ਨੂੰ ਵੀ ਭਰੋਸੇ ਦੇ ਵਿੱਚ ਲੈ ਰਿਹਾ ਹੈ। ਪਾਕਿਸਤਾਨ ਦੇ ਸੂਬਿਆਂ 'ਚ ਅੱਤਗਰਦਾਂ ਦੇ ਟਿਕਾਣਿਆਂ ਨੂੰ ਅਸੀਂ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨ ਕੁਛ ਨਹੀਂ ਕਰ ਸਕਿਆ। ਅਫਗਾਨਿਸਤਾਨ ਦਾ ਦਾਅਵਾ ਤੇ ਪਾਕਿਸਤਾਨ ਦਾ ਜਵਾਬ। ਜੀ ਬਿਲਕੁਲ ਜੀ। ਅਫਗਾਨਿਸਤਾਨ ਦੀ ਜਿਹੜੀ ਡਿਫੈਂਸ ਮਿਨਿਸਟਰੀ ਉਹਨਾਂ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਕੁਝ ਡਰੋਨਸ ਨੇ ਜਿਹੜੇ ਉਹਨਾਂ ਦੀ ਵੀਡੀਓ ਜਿਹੜੀ ਉਹ ਪਾਈ ਹੈ ਔਰ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਪੰਛਮੀ ਸੂਬਾ ਆ ਔਰ ਸਰਹੱਦੀ ਸੂਬਾ KPK ਹੈ, ਖੈਬਰ ਪਖਤੂਨਖਵਾ ਜਿਹੜਾ, ਉੱਥੇ ਉਹਨਾਂ ਨੇ ਆਖਿਆ ਕਿ ਜੀ ਅਸੀਂ ਅੱਤਗਰਦਾਂ ਦੇ ਟਿਕਾਣਿਆਂ ਤੇ ਹਮਲਾ ਕੀਤਾ ਹੈ। ਤਾਲਿਬਾਨਾਂ ਦੇ ਦੁਸ਼ਮਣ ਨੇ ਜਿਹੜੇ ਉਹ ਇਸ ਵੇਲੇ ਦਾਸ਼ ਖਰਾਸਾਨੀ ਗਰੁੱਪ ਆ, ਅੱਤਗਰਦ ਇੰਟਰਨੈਸ਼ਨਲ ਪਾਬੰਦੀ ਲੱਗੀ ਤਨਜ਼ੀਮ ਜਿਹੜੀ ਉਹ ਆ, ਦਰਾਸ਼ ਖਰਾਸਾਨੀ ਗਰੁੱਪ ਆ ਜਿਹੜਾ, ਉਹਦੇ ਵੱਲ ਇਸ਼ਾਰਾ ਕੀਤਾ ਕਿ ਪਾਕਿਸਤਾਨ ਇਹਨਾਂ ਦੀ ਪੁਸ਼ਤ ਪਨਾਹੀ ਹੈ ਜਿਹੜੀ ਉਹ ਕਰ ਰਿਹਾ ਹੈ। ਸੋ ਅਸੀਂ ਇਹਨਾਂ ਦੇ ਕੈਂਪ ਜਿਹੜੇ ਪਾਕਿਸਤਾਨ 'ਚ ਸਨ ਉਹਨਾਂ ਤੇ ਹਮਲਾ ਕੀਤਾ ਹੈ, ਉਹਨਾਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਨੇ ਸਰਕਾਰੀ ਪੱਧਰ ਦੇ ਉੱਤੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਔਰ ਆਖਿਆ ਕਿ ਅੱਤਗਰਦਾਂ ਦੇ ਟਿਕਾਣੇ ਔਰ ਟ੍ਰੇਨਿੰਗ ਸੈਂਟਰ ਇਹ ਅਫਗਾਨਿਸਤਾਨ ਦੀਆਂ ਹੱਦਾਂ 'ਚ ਹੀ ਨੇ, ਪਾਕਿਸਤਾਨ 'ਚ ਇਹੋ ਜਿਹਾ ਕੋਈ ਕੰਮ ਨਹੀਂ। ਅਫਗਾਨਿਸਤਾਨ ਰੁਪਈਏ ਦੇ ਬਦਲੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਦੇਣ ਡਿਆ ਔਰ ਇਹ ਪੂਰੀ ਦੁਨੀਆ ਨੂੰ ਪਤਾ ਹੈ। ਪਾਕਿਸਤਾਨ ਵਾਲੇ ਪਾਸੇ ਜਿਹੜਾ ਹਮਲਾ ਕੀਤਾ ਹੈ ਉਹ ਡਰੋਨਾਂ ਦੇ ਨਾਲ ਨਹੀਂ ਕੀਤਾ। ਇੱਕ ਡਰੋਨ ਇੱਧਰ ਆਇਆ ਆ ਜਿਹਨੂੰ ਸਾਡੇ ਅਲਰਟ ਡਿਫੈਂਸ ਸਿਸਟਮ ਨੇ ਮਾਰ ਕੇ ਸੁੱਟ ਦਿੱਤਾ। ਪਾਕਿਸਤਾਨ ਵੱਲੋਂ ਉਹਦੀ ਤਸਵੀਰ ਹੈ ਜਿਹੜੀ ਉਹ ਵੀ ਸਾਂਝੀ ਕੀਤੀ ਗਈ ਹੈ ਔਰ ਵਿਖਾਇਆ ਗਿਆ ਹੈ ਕਿ ਇਹ ਡਰੋਨ ਆ ਜਿਹੜਾ ਇਹ ਆਬਾਦੀ ਤੋਂ ਦੂਰ ਆ ਕੇ ਡਿੱਗਦਾ ਆ ਔਰ ਉਸ ਤੋਂ ਬਾਅਦ ਇਹ ਹੈ ਜਿਹੜਾ ਤਬਾਹ ਹੋ ਜਾਂਦਾ ਆ। ਇਹਦੇ ਨਾਲ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਦ ਕਿ ਜਿੱਥੇ ਡਰੋਨ ਡਿੱਗਾ ਆ, ਇੰਡੀਪੈਂਡੈਂਟ ਉਰਦੂ ਜਿਹੜੀ ਇੰਗਲੈਂਡ ਦੀ ਨਿਊਜ਼ ਏਜੰਸੀ ਹੈ ਉਹ ਆਪਣੇ ਪੱਤਰਕਾਰਾਂ ਦੇ ਰਾਹੀਂ ਇਹ ਤਸਦੀਕ ਕਰਨ ਡਈ ਹੈ ਕਿ ਉਹ ਤੇ ਇੱਕ ਖੁੱਲਾ ਡੁੱਲਾ ਮੈਦਾਨ ਸੀ ਜਿੱਥੇ ਉਹ ਡਿੱਗਾ ਆ, ਜਿੱਥੇ ਕਿਸੇ ਕਿਸਮ ਦਾ ਨਾ ਕੋਈ ਧਮਾਕਾ ਹੋਇਆ ਨਾ ਹੋਰ, ਕਿਉਂਕਿ ਉਹਦੇ ਸੈਂਸਰਸ ਔਰ ਫ੍ਰੀਕੁਐਂਸੀ ਨੂੰ ਜਾਮ ਕਰਕੇ ਉਹਨੂੰ ਸੁੱਟ ਲਿਆ ਗਿਆ। ਉਹਨੂੰ ਧਮਾਕਾ ਕਰਨ ਦਾ, ਪਾਟਣ ਦਾ ਕੋਈ ਮੌਕਾ ਹੀ ਨਹੀਂ ਲੱਭਾ। ਸੋ ਇਹ ਹਮਲਾ ਜਿਹਦੇ ਤੇ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਟਿਕਾਣੇ ਨੂੰ ਨਿਸ਼ਾਨਾ ਬਣਾਇਆ,
ਇਹ ਪਾਕਿਸਤਾਨ ਵੱਲੋਂ ਪ੍ਰੂਫ ਸਾਹਮਣੇ ਆਏ ਨੇ, ਜਿਹਦੀ ਤਸਦੀਕ ਬਰਤਾਨਵੀ ਮੀਡੀਆ ਵੀ ਕਰਨ ਡਿਆ। ਔਰ ਹੁਣ ਪਾਕਿਸਤਾਨ ਦਾ ਇਹ ਕਹਿਣਾ ਆ ਕਿ ਇਹ ਸਿਰਫ ਔਰ ਸਿਰਫ ਅਫਗਾਨਿਸਤਾਨ ਦੀਆਂ ਰਚਾਈਆਂ ਸਾਜ਼ਿਸ਼ਾਂ ਨੇ, ਝੂਠ ਦਾ ਪਲੰਦਾ ਆ, ਜਿਹਦਾ ਕਾਰਨ ਦੁਨੀਆ ਦੀ ਤਵੱਜੋ ਹੈ ਜਿਹੜੀ ਉਹਨੂੰ ਮੋੜਨਾ ਹੈ ਔਰ ਆਪਣੇ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰਨਾ ਹੈ। ਔਰ ਜਿਹੜਾ ਰੋਲਾ ਜਿੱਥੇ ਇਹ ਝੂਠੇ ਪੈਣ ਡੇ ਨੇ ਕਿ ਅਤਕਰਤਾਂ ਦੇ ਟਿਕਾਣੇ ਹੈ, ਅਸੀਂ GPS ਰਿਕਾਰਡ ਤੱਕ ਦਿੱਤੇ ਕਿ ਇਹ ਟਿਕਾਣੇ ਇਹਨਾਂ ਥਾਵਾਂ ਤੇ ਨੇ, ਉਹਨਾਂ ਦੇ ਬਾਰੇ ਜਵਾਬ ਦੇਣ ਦੀ ਥਾਂ ਇਹ ਕਿਹਾ ਜਾ ਰਿਹਾ ਕਿ ਜੀ ਦੇਖੋ ਅਸੀਂ ਤੇ ਗੰਦੇ ਹੈ ਹੀ ਹੈ, ਇਹ ਵੇਖੋ ਪਾਕਿਸਤਾਨ 'ਚ ਇਹ ਕੀ ਹੈ। ਤੇ ਪਾਕਿਸਤਾਨ ਸਾਫ਼ ਕਹਿ ਦੇਣਾ ਚਾਹੁੰਦਾ ਇੱਥੇ ਅਤਕਰਤਾਂ ਦੇ ਕੋਈ ਟਿਕਾਣੇ ਨਹੀਂ, ਇਹ ਪਾਕਿਸਤਾਨ ਦਾ ਸਰਕਾਰੀ ਦਾਵਾ ਹੈ। ਔਰ ਜਿਹੜਾ ਇਹਨਾਂ ਨੇ ਹਮਲਾ ਕੀਤਾ ਉਹ ਹੈ ਨਾਕਾਮ ਪਿਆ ਜੀ, ਇਹ ਪਿਆ ਜੀ ਉਹ ਡਰੋਨ। ਲਾਹੌਰ ਹਾਈ ਕੋਰਟ 'ਚ ਦਾਇਰ ਇੱਕ ਅਰਜ਼ੀ ਨੂੰ ਨਿਪਟਾਉਂਦਿਆਂ ਹੋਇਆਂ ਅਦਾਲਤ ਨੇ 9 ਵਰਿਆਂ ਦੀ ਆਸਟ੍ਰੇਲੀਆਈ ਬੱਚੀ ਦੇ ਕਤਲ ਦਾ ਮਾਮਲਾ CCD ਤੋਂ ਲੈ ਕੇ FIA ਨੂੰ ਦੇ ਦਿੱਤਾ ਹੈ। ਬਿਲਕੁਲ ਪ੍ਰਵੀਨ, ਇਹ ਜਿਹੜਾ ਆਸਟ੍ਰੇਲੀਆਈ ਬੱਚੀ ਸੀਗੀ, ਹਾਨੀਆ ਨਾਂ ਸੀਗਾ ਇਹਦਾ, ਆਸਟ੍ਰੇਲੀਆਈ ਪ੍ਰਾਈਮ ਮਿਨਿਸਟਰ ਨੇ ਇਹਦਾ ਐਕਸ਼ਨ ਲਿਆ, ਪ੍ਰੈਸ ਕਾਨਫਰੰਸ ਕੀਤੀ, ਪਾਕਿਸਤਾਨੀ ਸਰਕਾਰ ਨੂੰ ਜਵਾਬ ਦੇਣਾ ਪਿਆ। ਜਿਹੜੀ ਸੂਬਾ ਸਰਕਾਰ ਹੈ ਪੰਜਾਬ ਦੀ, ਉਹਨਾਂ ਦੀਆਂ ਤਰਜਮਾਨ ਉਜ਼ਮਾ ਬੁਖਾਰੀ ਹੋਣੇ ਨੇ ਜਿਹੜੇ, ਉਹਨਾਂ ਨੇ ਅਲਲ ਐਲਾਨ ਮੀਡੀਆ ਦੇ ਸਾਹਮਣੇ ਇਹ ਗੱਲ ਮੰਨੀ ਕਿ ਹਾਂ ਚਕਵਾਲ 'ਚ ਇਸ ਆਸਟ੍ਰੇਲੀਆਈ ਨਜ਼ਾਤ ਪਾਕਿਸਤਾਨੀ ਬੱਚੀ ਦਾ ਕਤਲ ਗਲਤੀ ਦੇ ਨਾਲ ਹੋਇਆ। ਉਸ ਤੋਂ ਬਾਅਦ ਫਿਰ CCD ਦੇ ਜਿਹੜੇ ਪ੍ਰਧਾਨ ਨੇ ਸੁਹੇਲ ਜ਼ਫਰ ਚੱਠਾ ਹੋਣੇ, ਉਹਨਾਂ ਨੂੰ ਪੱਤਰਕਾਰਾਂ ਨੇ ਘੇਰਿਆ, ਪੁੱਛਿਆ। ਹੁਣ ਉਹ ਸੁਹੇਲ ਜ਼ਫਰ ਚੱਠਾ ਹੋਣਾ ਦੀ ਜਿਹੜੀ ਗੱਲਬਾਤ ਆ ਕਿ ਜੀ ਦੇਖੋ ਉਹ ਆਪਣੀ ਡਿਊਟੀ ਤੇ ਸੀਗਾ, ਉਹਨੇ ਕੋਈ ਦੁਸ਼ਮਣੀ 'ਚ ਕਤਲ ਨਹੀਂ ਕੀਤਾ। ਬਈ ਇਹ ਗੱਲ ਇਨਸਾਫ ਦੇਣ ਵਾਲੀ ਹੈ। ਇਹ ਤੇ ਸਾਫ਼ ਦੱਸਣ ਡਈ ਹੈ ਕਿ ਇੱਕ ਆਪਣੇ ਜ਼ਿੰਮੇਦਾਰ ਨੂੰ ਆ ਜਿਹੜਾ ਉਹ ਤੂੰ ਪ੍ਰੋਟੈਕਟ ਕਰ ਰਿਹਾ ਵੇਂ, ਤੇਰੇ ਮਹਿਕਮੇ ਦਾ ਜਿਹੜਾ ਬੰਦਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਫਿਰ ਵੀ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਿਹੜੇ ਬੰਦੇ ਦੇ ਨਜ਼ਰੀਏ ਇਹ ਨੇ ਉਹਨੇ ਇਨਵੈਸਟੀਗੇਸ਼ਨ ਕੀ ਕਰਨੀ। ਇਸ ਕਰਕੇ ਲਾਹੌਰ ਹਾਈ ਕੋਰਟ 'ਚ ਇੱਕ ਅਰਜ਼ੀ ਹੈ ਜਿਹੜੀ ਉਹ ਦਾਇਰ ਹੋਈ, ਜਿਹੜੀ ਅਰਜ਼ੀ ਹੈ ਜਿਹੜੀ ਉਹਦੇ 'ਚ ਵਕੀਲ ਆਸਮ ਮਹਿਮੂਦ ਦਾ ਆਖਣਾ ਸੀਗਾ ਕਿ ਇੱਕ ਮਹਿਕਮਾ ਆ, ਉਹਦਾ ਸਰਕਾਰੀ ਬੰਦਾ ਆ, ਹਾਜ਼ਰ ਡਿਊਟੀ ਹੈ, ਉਹਦੀ ਗਲਤੀ ਹੈ ਜਾਂ ਨਹੀਂ ਗਲਤੀ, ਉਹਨੇ ਇੱਕ ਮਾਸੂਮ ਬੱਚੀ 9 ਸਾਲ ਦੀ ਗੋਲੀ ਮਾਰ ਕੇ ਕਤਲ ਕਰ ਦਿੱਤੀ, ਉਹਦਾ ਪਰਿਵਾਰ ਵੀ ਫੱਟਰ ਕਰਤਾ। ਹੁਣ ਉਹੀ ਮਹਿਕਮਾ ਕਿੱਦਾਂ ਇਨਸਾਫ ਦੇ ਨਾਲ ਉਹਦੀ ਇਨਵੈਸਟੀਗੇਸ਼ਨ ਕਰੇਗਾ? ਹੋ ਹੀ ਨਹੀਂ ਸਕਦੀ। ਇਸ ਲਈ ਇਹ ਕੇਸ CCD ਕੋਲੋਂ ਲੈ ਕੇ, ਉਸੇ ਮਹਿਕਮੇ ਕੋਲੋਂ ਲੈ ਕੇ FIA ਨੂੰ ਦਿੱਤਾ ਜਾਏ। ਲਾਹੌਰ ਹਾਈ ਕੋਰਟ ਨੇ ਇਹ ਐਪਲੀਕੇਸ਼ਨ ਨਿਪਟਾਉਂਦਿਆਂ ਹੋਇਆਂ ਕਾਰਵਾਈ ਪੁੱਛ ਪ੍ਰਤੀਤ ਇਨਵੈਸਟੀਗੇਸ਼ਨ ਜਿੰਨੀ ਹੈ ਉਹ ਆਖਿਆ ਕਿ ਹੁਣ CCD ਦਾ ਯਾਨੀ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਪੰਜਾਬ ਉਹ ਨਹੀਂ ਕਰੇਗਾ। ਹੁਣ CCD ਦੀ ਥਾਂ ਇਸ ਕਾਰਵਾਈ ਨੂੰ ਵੇਖੇਗਾ FIA ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਦਾ ਮਹਿਕਮਾ। ਸੋ ਅਦਾਲਤ ਨੇ ਇਹ ਹੁਕਮ ਦੇ ਦਿੱਤਾ ਹੈ ਔਰ ਕੇਸ ਉਹਨਾਂ ਕੋਲ ਚਲਾ ਗਿਆ ਆ, ਪਰ ਮਹਿਕਮਾ ਜਿਹੜਾ ਆਪ ਤਗੜਾ ਹੋਇਆ ਫਿਰਦਾ ਆ ਉਹ ਉਹਦੇ ਖਿਲਾਫ ਪ੍ਰੂਫ ਹੱਥੀਂ ਦੇਗਾ, ਮੇਰਾ ਨਹੀਂ ਲੱਗਦਾ। ਹੁਣ ਇਹ ਸਭ ਤੋਂ ਵੱਡਾ ਸਵਾਲ ਆ ਪਾਕਿਸਤਾਨ ਦੇ ਇਨਸਾਫ ਦੇਣ ਵਾਲੇ ਉਹਨਾਂ ਮਹਿਕਮਿਆਂ ਦੇ ਉੱਤੇ ਔਰ ਪਾਕਿਸਤਾਨੀ ਨਿਜ਼ਾਮ ਦੇ ਉੱਤੇ ਔਰ ਪਾਕਿਸਤਾਨ ਦੇ ਵਿੱਚ ਪੇ ਫਿਰਦੇ ਲੋਕਾਂ ਦੇ ਉੱਤੇ ਔਰ ਪਾਕਿਸਤਾਨ 'ਚ ਅਫਸਰਸ਼ਾਹੀ ਜਾਂ ਮਹਿਕਮਿਆਂ ਦੀ ਧੱਕੇਸ਼ਾਹੀ ਹੈ ਜਿਹੜੀ, ਉਹਨੂੰ ਨੱਥ ਪਾਉਣ ਵਾਸਤੇ ਹੁਣ ਕਾਨੂੰਨ ਨੇ ਜਿਹੜੇ ਉਹ ਤੇ ਸਾਰੇ ਮਹਿਕਮਿਆਂ ਦੇ ਹੱਕ ਦੇ ਵਿੱਚ ਨੇ। ਕਿਸੇ ਅਫਸਰ ਦੀ ਕਰਪਸ਼ਨ ਤੇ ਉਂਗਲ ਚੁੱਕੋ ਤੇ ਉਹ CCD 'ਚ ਜਾ ਕੇ ਦਰਖਾਸਤ ਦੇ ਦਿੰਦਾ ਹੈ, NCCIA 'ਚ ਦਰਖਾਸਤ ਦੇ ਦਿੰਦਾ ਹੈ, FIA 'ਚ ਦਰਖਾਸਤ ਦੇ ਦਿੰਦਾ। ਕੀ ਹੁੰਦੀ ਦਰਖਾਸਤ? ਜੀ ਸਾਡੀ ਨੇਕਨਾਮੀ ਖਰਾਬ ਕੀਤੀ ਗਈ ਹੈ ਤੇ ਬਾਕੀ ਕਹਿੰਦੇ ਮੱਝਾਂ ਦੀਆਂ ਭੈਣਾਂ ਹੁੰਦੀਆਂ ਨੇ, ਉਧਰ ਦੇ ਅਫਸਰ ਵੀ ਇਹੋ ਜਿਹੇ, ਇੱਧਰ ਦੇ ਅਫਸਰ ਵੀ ਇਹੋ ਜਿਹੇ, ਉਹ ਦਰਖਾਸਤ ਦੇਣ ਵਾਲੇ ਨੂੰ ਕਹਿ ਲੈਂਦੇ ਨੇ ਆ ਜਾ। ਪੱਤਰਕਾਰਾਂ ਦੇ ਅੱਜ ਕੱਲ ਬਹੁਤ ਭੈੜਾ ਵਕਤ ਆਇਆ ਪਿਆ ਜੀ ਇਸ ਮਾਮਲੇ 'ਚ। ਨੈਸ਼ਨਲ ਅਸੈਂਬਲੀ 'ਚ ਅਸਦ ਕੈਸਰ ਦੇ ਸ਼ਹਿਬਾਜ਼ ਸ਼ਰੀਫ ਨਾਲ ਹੱਥ ਮਿਲਾਉਣ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਹੁਣ ਇਮਰਾਨ ਖਾਨ ਦੀ ਪਾਰਟੀ ਤੇ ਸਰਕਾਰ ਵਿਚਕਾਰ ਰਾਬਤੇ ਬਹਾਲ ਹੋਣ ਦੀ ਤਸਦੀਕ ਦੋਵਾਂ ਧਿਰਾਂ ਵੱਲੋਂ ਹੋ ਰਹੀ ਹੈ। ਜੀ ਬਿਲਕੁਲ, ਅਸਦ ਕੈਸਰ ਨੇ ਵੀ ਤਸਦੀਕ ਕੀਤੀ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਰਾਣਾ ਸਨਾਉल्लाह ਖਾਨ ਹੋਣੇ, ਉਹਨਾਂ ਨੇ ਇਹ ਗੱਲ ਦੀ ਤਸਦੀਕ ਕੀਤੀ ਹੈ ਕਿ ਜੀ ਅਸੀਂ ਅੱਜ ਵੀ ਕਹਿੰਦੇ ਹਾਂ ਕਿ ਮਿਸਾਕ ਜਮਹੂਰੀਅਤ ਯਾਨੀ ਇੱਕ ਐਸਾ ਅਹਿਦਨਾਮਾ, ਇੱਕ ਐਸਾ ਵਾਅਦਾ, ਇੱਕ ਐਸਾ ਇਕਰਾਰ ਜਿਹਦੇ ਤੇ ਸਾਰੀਆਂ ਸਿਆਸੀ ਪਾਰਟੀਆਂ ਇੱਕ ਹੋਣ। ਇਹਦਾ ਮਤਲਬ ਕੀ ਹੈ ਕਿ ਠੀਕ ਹੈ ਇਮਰਾਨ ਖਾਨ ਦੇ ਨਾਲ ਜੇ ਧੱਕਾ ਹੋ ਰਿਹਾ ਤੇ ਰਿਹਾ ਹੋਣਾ ਚਾਹੀਦਾ, ਪਰ ਤੁਸੀਂ ਇਹ ਵੀ ਜ਼ਮਾਨਤ ਦਵੋ ਕਿ ਕੱਲ ਨੂੰ ਸ਼ਹਿਬਾਜ਼ ਸ਼ਰੀਫ ਤੇ ਕੋਈ ਮੁਕੱਦਮਾ ਨਹੀਂ ਬਣੇਗਾ, ਮਰੀਮ ਨਵਾਜ਼ ਤੇ ਕੋਈ ਮੁਕੱਦਮਾ ਨਹੀਂ ਹੋਏਗਾ, ਨਵਾਜ਼ ਸ਼ਰੀਫ ਦੇ ਪਿਛਲੇ ਮੁਕੱਦਮੇ ਨਹੀਂ ਖੋਲੇ ਜਾਣਗੇ, ਬਲਾਵਲ ਨੂੰ ਨਹੀਂ ਫੜਿਆ ਜਾਏਗਾ, ਜ਼ਰਦਾਰੀ ਦੀ ਕਰਪਸ਼ਨ ਹੈ ਜਿਹੜੀ ਉਹਨੂੰ ਬੇਨਕਾਬ ਨਹੀਂ ਕੀਤਾ ਜਾਏਗਾ। ਸੋ ਇਹੋ ਜਿਹਾ ਸਮਝੌਤਾ ਹੈ ਜਿਹੜਾ ਉਹਨੂੰ ਮੁੱਖ ਰੱਖਿਆ ਜਾਏਗਾ। ਸੋ ਹੁਣ ਇਮਰਾਨ ਖਾਨ ਨੂੰ ਛੁਡਾਉਣ ਵਾਸਤੇ ਉਹਨਾਂ ਦੀ ਪਾਰਟੀ ਹੈ ਜਿਹੜੀ ਇਸ ਸਮਝੌਤੇ ਦੇ ਉੱਤੇ ਕਿੰਨੀ ਐਗਰੀ ਹੁੰਦੀ ਹੈ, ਕਿੰਨਾ ਕੁ ਅੱਗੇ ਵੱਧਦੀ ਹੈ, ਕਿੰਨੀ ਕੋਈ ਗੱਲ ਬਾਰੇ ਆਉਂਦੀ ਹੈ, ਕਿੰਨੀ ਕੁ ਨਹੀਂ ਆਉਂਦੀ। ਇਹ ਆਖਿਆ ਗਿਆ ਕਿ ਜੀ ਬੂਹੇ ਖੁੱਲ ਗਏ ਨੇ। ਅਸੀਂ ਤੇ ਚਾਹੁੰਦੇ ਹਾਂ ਕਿ ਪਾਕਿਸਤਾਨ 'ਚ ਸਿਆਸੀ ਲਾਗਤਬਾਜ਼ੀ ਜਿਹੜੀ ਮੁੱਕੇ, ਮੁਲਕ ਤਰੱਕੀ ਕਰੇ, ਮੁਲਕ ਦਾ ਕੁਝ ਸੋਚੀਏ। ਅਸੀਂ ਜੋ ਕੁਝ ਖਾ ਪੀ ਲਿਆ ਆ, ਜੋ ਹੜਪ ਕਰ ਲਿਆ ਆ, ਉਹਦਾ ਸਾਨੂੰ ਨਾ ਪੁੱਛਿਆ ਜਾਏ। ਜੋ ਕੁਝ ਇਮਰਾਨ ਖਾਨ ਨੇ ਕੀਤਾ ਹੈ ਚਲੋ ਅਸੀਂ ਵੀ ਉਹਦੇ ਤੇ ਫਿਰ ਗੌਰ ਕਰਨੇ ਆ, ਪਰ ਜੇ ਇਹ ਕਹਿੰਦੇ ਨੇ ਕਿ ਇਮਰਾਨ ਖਾਨ ਬਾਹਰ ਆਏਗਾ ਸਾਡੇ ਕੋਲ ਹਿਸਾਬ ਲਏਗਾ ਤੇ ਇਹ ਕੰਮ ਨਹੀਂ ਜੇ ਪੁੱਗਦਾ। ਇਹ ਗੱਲਾਂ ਕਹੀਆਂ ਨਹੀਂ ਗਈਆਂ, ਇਹ ਮੈਂ ਸਾਦਾ ਅਰਥ ਇਸ ਸਾਰੀ ਗੱਲਬਾਤ ਦਾ ਜਿਹੜਾ ਨਿਚੋੜ ਆ ਜਿਹੜਾ ਉਹ ਕੱਢ ਕੇ ਦੇ ਰਿਹਾ। ਸੋ ਰਾਬਤੇ ਬਹਾਲ ਹੋਣ ਦੀ ਤਸਦੀਕ ਦੋਵੇਂ ਧਿਰਾਂ ਕੀਤੀ ਜੀ। ਪਾਕਿਸਤਾਨ ਦੀ ਤਾਰੀਖ 'ਚ ਪੈਟਰੋਲ ਦੇ ਮੁੱਲ 'ਚ ਵੱਡਾ ਘਾਟਾ ਕੀਤਾ ਗਿਆ ਹੈਗਾ, ਕੀ ਅਪਡੇਟ ਆ ਮਸੂਦ? ਜੀ ਵਾਧਾ ਵੀ ਵੱਡੇ ਹੀ ਹੋਏ ਸਨ ਤੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਇਹ ਵਾਕਈ ਇਹ ਹੈ ਕਿ ਜੀ ਪਾਕਿਸਤਾਨ ਦੀ ਹਿਸਟਰੀ 'ਚ ਕਦੀ ਪੈਟਰੋਲ ਇਕੱਠਾ 74 ਰੁਪਏ ਲੀਟਰ ਘੱਟ ਨਹੀਂ ਸੀ ਹੋਇਆ। ਡੀਜ਼ਲ ਕਦੀ ਵੀ 67 ਰੁਪਏ ਲੀਟਰ ਨਹੀਂ ਸੀਗਾ ਘਟਿਆ। ਸੋ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਹੁਣ ਹਫ਼ਤੇ ਬਾਅਦ, ਕਿਉਂਕਿ ਹਰ ਸ਼ੁੱਕਰਵਾਰ, ਫਰਾਈਡੇ, ਜੁਮੇ ਨੂੰ ਰਾਤ ਨੂੰ 12 ਵਜੇ ਨੋਟੀਫਿਕੇਸ਼ਨ ਹੁੰਦਾ ਹੈ, ਉਸ ਨੋਟੀਫਿਕੇਸ਼ਨ ਮੁਜਬ ਸਰਕਾਰ ਨੇ ਈਰਾਨ ਜੰਗ ਦੌਰਾਨ ਕਿਉਂਕਿ ਤੇਲ ਦਾ ਮੁੱਲ ਆਲਮੀ ਮੰਡੀਆਂ 'ਚ ਬਹੁਤ ਉੱਚੀ ਪੱਧਰ ਤੱਕ ਚਲਾ ਗਿਆ
ਪਾਕਿਸਤਾਨ 'ਚ ਉਹਨੂੰ ਕੰਟਰੋਲ ਕਰਨਾ ਕੋਈ ਕਹਿ ਲਵੋ ਕਿ ਮੁਮਕਿਨ ਹੀ ਨਹੀਂ ਸੀਗਾ। ਬਸ ਸੋ ਭਾਰ ਲੋਕਾਂ ਤੇ ਆਇਆ। ਹੂੰ। ਹੁਣ ਉਸ ਭਾਰ ਨੂੰ ਆ ਜਿਹੜਾ ਉਹ ਆਲਮੀ ਮੁੱਲ ਦੇ ਮੁਤਾਬਿਕ ਜ਼ਰਾ ਠਾਂ ਲਿਆਂਦਾ ਗਿਆ ਔਰ ਪਾਕਿਸਤਾਨ ਭਰ ਦੇ ਵਿੱਚ ਪੈਟਰੋਲ ਦਾ ਮੁੱਲ 74 ਰੁਪਏ ਲੀਟਰ ਘਟਣ ਤੋਂ ਬਾਅਦ ਹੁਣ ਆਖਿਆ ਜਾ ਰਿਹਾ ਹੈ ਕਿ ਇਹ 373 ਰੁਪਏ ਤੋਂ ਘਟ ਕੇ 299 ਰੁਪਏ ਹੂੰ। ਕਹਿ ਲਵੋ ਕਿ ਉਹ ਨਫਸਿਆਤੀ ਜਿਹੀ ਹੱਦ 300 ਵਾਲੀ ਹੈ ਜਿਹੜੀ ਉੱਥੇ ਤੱਕ ਆਇਆ। ਡੀਜ਼ਲ ਜਿਹੜਾ 378 ਰੁਪਏ ਸੀ ਉਹ 69 ਰੁਪਏ ਘਟਣ ਤੋਂ ਬਾਅਦ 311 ਰੁਪਏ ਤੇ ਆ ਗਿਆ। ਹੂੰ। ਇਹ ਇੱਕ ਚੰਗੀ ਸੁੱਖ ਦੀ ਖਬਰ ਆਈ ਹੈ। ਪਰ ਇੱਥੇ ਅਸਲ ਗੱਲ ਇਹ ਹੈ ਪੈਟਰੋਲ ਡੀਜ਼ਲ ਦੇ ਮੁੱਲ ਵਧਣ ਤੋਂ ਬਾਅਦ ਪ੍ਰਵੀਨ ਜਿਹੜੀਆਂ ਮੁੱਲ ਵਧੇ ਸੰਸ਼ਿਆਵਾਂ ਦੇ ਮਹਿੰਗਾਈ ਹੋਈ ਸੀ ਹੁਣ ਉਹ ਵੀ ਥੱਲੇ ਆਣੀ ਚਾਹੀਦੀ ਹੈ। ਸਿਰਫ ਬਿਲਕੁਲ। ਪੈਟਰੋਲ ਤੇਲ ਦਾ ਮੁੱਲ ਜਿਹੜਾ ਇਹ ਘੱਟ ਕਰ ਦੇਣਾ ਕੋਈ ਵੱਡੀ ਗੱਲ ਨਹੀਂ। ਹੂੰ। ਇਹਨਾਂ ਦੇ ਨਾਲ ਬਾਕੀ ਸ਼ਾਵਾਂ ਦੇ ਮੁੱਲ ਜਿਹੜੇ ਤਾਂ ਨੂੰ ਗਏ ਸੀਗੇ ਉਹਨਾਂ ਨੂੰ ਵੀ ਗ੍ਰੈਜੂਅਲੀ ਠਾਂ ਲਿਆਣਾ ਥੱਲੇ ਜਾਂ ਲਿਆਉਣਾ। ਉਸੇ ਮੁੱਲ ਦੇ ਉੱਤੇ ਜਿੱਥੇ ਤੇਲ ਦੇ ਮੁੱਲ ਦੇ ਬਰਾਬਰ ਉਹ ਚੱਲਣ ਦੇ ਸੀਗੇ ਉੱਥੇ ਲਿਆਉਣਾ ਜ਼ਰੂਰੀ ਹੈ। ਸਰਕਾਰ ਨੂੰ ਇਸ ਬਾਰੇ ਕੋਈ ਮੈਕੈਨਿਜ਼ਮ ਬਣਾਉਣਾ ਲਾਜ਼ਮੀ ਚਾਹੀਦਾ ਆ ਤਾਂ ਜੇ ਆਮ ਲੋਕਾਂ ਨੂੰ ਰਿਲੀਫ ਲੱਭ ਸਕੇ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਾ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਜਾਂਦੇ ਜਾਂਦੇ ਕਰਨੀ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, Instagram ਹੈ, TikTok ਹੈ, ਉਹਦੇ ਤੇ ਵੇਖ ਵੀ ਸਕਦੇ ਜੇ। ਅਮਰੀਕਾ ਮੁਜਬ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ, ਪਾਕਿਸਤਾਨ ਇੰਡੀਆ ਮੁਜਬ ਹਫ਼ਤੇ 'ਚ 5 ਦਿਨ ਟਿਊਜ਼ਡੇ ਟੂ ਸੈਟਰਡੇ। ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਜਿਸ ਸਮੇਂ ਜੇ ਕਿ ਇੱਕ ਖਬਰਾਂ ਨੇ ਜਿਹੜੀਆਂ ਤੁਹਾਡੇ ਕੰਮਕਾਰ ਕਾਰੋਬਾਰ ਤੇ ਵਪਾਰ ਦੇ ਵਧਾਅ ਵਾਸਤੇ ਫਾਇਦੇਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ये 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।